सत श्री अकाल जी। D5 चैनल पंजाबी का पंजाब बुलेटिन देख रहे सारे दर्शकों का मैं इंद्रजीत सिंह टमाणा स्वागत करता हाँ। सब तो पहला शुरुआत करते हैं अज दी मुख्य सुर्खियां तो। ਭਾਰਤ ਵਿੱਚ 2000 ਰੁਪਏ ਦੇ ਨੋਟਾਂ ਤੇ RBI ਦਾ ਫੈਸਲਾ। ਪੈਸੇ ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਦਿੱਤਾ 30 ਸਤੰਬਰ ਤੱਕ ਦਾ ਸਮਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਹੋਈ ਮੀਟਿੰਗ। ਜਥੇਦਾਰ ਨੂੰ ਲੈ ਕੇ ਨਹੀਂ ਹੋਇਆ ਕੋਈ ਫੈਸਲਾ। ਦਿੱਲੀ 'ਚ ਅਧਿਕਾਰੀਆਂ ਦੇ ਤਬਾਦਲੇ ਤੇ ਕੇਂਦਰ ਦਾ ਆਰਡੀਨੈਂਸ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਸਾਧੇ ਨਿਸ਼ਾਨੇ। ਸ਼ਰਾਬ ਵਪਾਰੀ ਦੀਪ ਮਲਹੋਤਰਾ ਦੇ ਘਰ ਤੀਜੇ ਦਿਨ ਵੀ ਰੇਡ ਜਾਰੀ। ਇਨਕਮ ਟੈਕਸ ਅਧਿਕਾਰੀ ਕਰ ਰਹੇ ਨੇ ਲਗਾਤਾਰ ਜਾਂਚ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਵਿੱਚ ਇੱਕ ਵਾਰ ਫਿਰ ਨੋਟਬੰਦੀ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਦਾ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 2016 ਵਿੱਚ ਨੋਟਬੰਦੀ ਹੋਈ ਸੀ, ਜਿਸ ਵਿੱਚ 500 ਤੇ 1000 ਦਾ ਨੋਟ ਬੰਦ ਕਰ ਦਿੱਤਾ ਗਿਆ ਸੀ। ਹੁਣ 2000 ਦੇ ਨੋਟ ਵੀ ਨਹੀਂ ਮਿਲਣਗੇ। RBI ਨੇ ਇੱਕ ਵੱਡੇ ਫੈਸਲੇ ਤਹਿਤ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਹੈ ਕਿ 2000 ਦੇ ਨੋਟ ਬੰਦ ਹੋਣ ਜਾ ਰਹੀ ਹੈ। ਸਰਕੂਲਰ ਮੁਤਾਬਿਕ 2000 ਦੇ ਸਾਰੇ ਨੋਟ ਵਾਪਸ ਲਏ ਜਾਣਗੇ। 23 ਮਈ ਤੋਂ ਲੈ ਕੇ 30 ਸਤੰਬਰ ਤੱਕ ਬੈਂਕਾਂ ਦੇ ਵਿੱਚੋਂ 2000 ਦੇ ਨੋਟ ਬਦਲਵਾਏ ਜਾ ਸਕਦੇ ਨੇ, ਪਰ 30 ਸਤੰਬਰ ਤੋਂ ਬਾਅਦ ਇਹ ਨੋਟ ਨਹੀਂ ਚੱਲਣਗੇ। ਇਸੇ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਕ ਵਿਅਕਤੀ ਸਿਰਫ ਇੱਕ ਵਾਰ ਵਿੱਚ 20000 ਰੁਪਏ ਦੇ 2000 ਨੋਟ ਹੀ ਬੈਂਕ ਦੇ ਵਿੱਚ ਜਮ੍ਹਾਂ ਕਰਵਾ सकते हैं। भारतीय रिजर्व बैंक ने 2000 रुपए के नोट ते बड़ा फैसला लिया। रिजर्व बैंक मुताबिक 2000 रुपए का नोट कानूनी तौर ते जारी रहेगा, पर इसनूं प्रचलन तो बाहर कर दिता जाएगा। भारतीय रिजर्व बैंक ने देश के बैंकों को तुरंत प्रभाव के नाल 2000 रुपए के नोट जारी करन तो रोकन की सलाह दी है। रिजर्व बैंक ने क्लीन नोट पॉलिसी के तहत यह फैसला लिया। 30 सितंबर 2023 तक 2000 रुपए के नोट बैंकों के विच जमा करवाए जा सकते हैं। दस दईए कि रिजर्व बैंक मुताबिक 23 मई 2023 तो ਕਿਸੇ ਵੀ ਬੈਂਕ ਵਿੱਚ ਇੱਕ ਸਮੇਂ 'ਚ 20000 ਰੁਪਏ ਦੇ ਨੋਟਾਂ ਨੂੰ ਹੋਰ ਮੁੱਲਾਂ ਦੇ ਨੋਟਾਂ ਲਈ ਬਦਲਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਨੋਟ ਬਦਲਣ ਦੀ ਸੀਮਾ ਸਿਰਫ 20000 ਰੁਪਏ ਤੈਅ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ 2016 ਦੇ ਵਿੱਚ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ 2000 ਰੁਪਏ ਦਾ ਨੋਟ ਜਾਰੀ ਕੀਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਬਾਜ਼ਾਰ ਦੇ ਵਿੱਚ 2000 ਰੁਪਏ ਦੇ ਨੋਟ ਘੱਟ ਨਜ਼ਰ ਆ ਰਹੇ ਸੀ। ਲੋਕਾਂ ਨੇ ਦੱਸਿਆ ਕਿ ATM ਤੋਂ 2000 ਰੁਪਏ ਦੇ ਨੋਟ ਵੀ ਨਹੀਂ ਨਿਕਲ ਰਹੀ। ਇਸ ਸੰਬੰਧੀ ਸਰਕਾਰ ਨੇ ਸੰਸਦ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀ। ਭਾਰਤੀ ਰਿਜ਼ਰਵ ਬੈਂਕ ਦੀ ਸਾਲਾਨਾ रिपोर्ट अनुसार वित्तीय साल 2019-20, वित्तीय साल 2020-21 ਅਤੇ ਵਿੱਤੀ ਸਾਲ 2021-22 ਦੇ ਵਿੱਚ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ। ਇਸ ਕਾਰਨ ਬਾਜ਼ਾਰ ਦੇ ਵਿੱਚ 2000 ਰੁਪਏ ਦੇ ਨੋਟਾਂ ਦਾ ਪ੍ਰਚਲਨ ਘਟ ਗਿਆ ਸੀ। 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ 500 ਅਤੇ 1000 ਰੁਪਏ ਦੇ ਸਾਰੇ ਨੋਟ ਚੱਲਣ ਤੋਂ ਬਾਹਰ ਹੋ ਗਏ ਸੀ। ਉਸ ਸਮੇਂ ਇਹਨਾਂ ਮੁਦਰਾਵਾਂ ਦੀ ਥਾਂ ਤੇ ਰਿਜ਼ਰਵ ਬੈਂਕ ਵੱਲੋਂ 500 ਅਤੇ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸੀ। ਰਿਜ਼ਰਵ ਬੈਂਕ ਦਾ ਮੰਨਣਾ ਸੀ ਕਿ 2000 ਰੁਪਏ ਦਾ ਨੋਟ ਉਹਨਾਂ ਨੋਟਾਂ ਦੀ ਕੀਮਤ ਦੀ ਭਰਪਾਈ ਕਰ ਦੇਵੇਗਾ ਜੋ ਪ੍ਰਚਲਨ ਤੋਂ ਬਾਹਰ ਹੋ ਗਈ ਸੀ। ਸਾਲ 2017-18 ਦੌਰਾਨ ਦੇਸ਼ ਵਿੱਚ 2000 ਰੁਪਏ ਦੇ ਨੋਟ ਸਭ ਤੋਂ ਵੱਧ ਪ੍ਰਚਲਿਤ ਸਨ। ਇਸ ਦੌਰਾਨ ਬਾਜ਼ਾਰ ਦੇ ਵਿੱਚ 2000 ਰੁਪਏ ਦੇ 33630 ਲੱਖ ਨੋਟ ਚੱਲ ਰਹੇ ਸੀ, ਜਿਨ੍ਹਾਂ ਦੀ ਕੁੱਲ ਕੀਮਤ 6.72 ਲੱਖ ਕਰੋੜ ਰੁਪਏ ਦੀ ਸੀ। 2021 ਦੇ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ਦੇ ਵਿੱਚ ਦੱਸਿਆ ਸੀ ਕਿ ਪਿਛਲੇ 2 ਸਾਲਾਂ ਤੋਂ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ। ਇਸ ਦੇ ਜਵਾਬ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਬੈਂਕਾਂ ਨੂੰ ATM ਦੇ ਵਿੱਚ 2000 ਰੁਪਏ ਦੇ ਨੋਟ ਭਰਨ ਜਾਂ ਨਾ ਭਰਨ ਲਈ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ। ਬੈਂਕ ਕੈਸ਼ ਵੈਂਡਿੰਗ ਮਸ਼ੀਨਾਂ ਨੂੰ ਲੋਡ ਕਰਨ ਲਈ ਆਪਣੀ ਪਸੰਦ ਦੀ ਚੋਣ ਕਰਦੇ ਹੈ ਅਤੇ ਉਹ ਲੋਡ ਦਾ ਮੁਲਾਂਕਣ ਕਰਦੀ ਹੈ। ਵਿੱਤ ਮੰਤਰੀ ਨੇ ਕਿਹਾ ਸੀ ਕਿ RBI ਦੀ ਸਾਲਾਨਾ ਰਿਪੋਰਟ ਮੁਤਾਬਿਕ ਸਾਲ 2019-20 ਤੋਂ 2000 ਰੁਪਏ ਦੇ ਨੋਟ ਨਹੀਂ ਛਾਪੀ ਗਈ ਹੈ। ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ, ਲੱਗਦਾ ਹੈ 2000 ਰੁਪਏ ਦੇ ਨੋਟਾਂ ਦੀ ਚਿਪ ਦੀ ਬੈਟਰੀ ਡਾਊਨ ਹੋ ਗਈ ਹੈ। ਇਸ ਲਈ ਬਲੈਕ ਮਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਭ ਨਹੀਂ ਪਾ ਰਹੇ ਸੀ, ਇਸ ਲਈ ਨੋਟ ਹੀ ਬੰਦ ਕਰ ਦਿੱਤੇ। ਹੁਣ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਖਿਰਕਾਰ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਭਾਰਤ ਸਰਕਾਰ ਜਾਂ ਫਿਰ ਭਾਰਤੀ ਰਿਜ਼ਰਵ ਬੈਂਕ ਨਵੇਂ ਕਿਹੜੇ ਨੋਟ ਜਾਰੀ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੱਜ SGPC ਦੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕੋਈ ਵੀ ਵੱਡਾ ਫੈਸਲਾ ਨਹੀਂ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੇ ਬਣੀ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਨੂੰ ਅਹੁਦੇ ਤੋਂ ਲਾਹੁਣ ਦਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਪ੍ਰਧਾਨ ਧਾਮੀ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਹੁਣ ਨੂੰ ਲੈ ਕੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ। ਇਸੇ ਦੇ ਨਾਲ ਹੀ ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਚੱਲ ਰਹੇ ਪਹਿਲਵਾਨਾਂ ਦੇ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਿਰਕਤ ਕਰਕੇ ਉਹਨਾਂ ਨੂੰ ਸਮਰਥਨ ਦਿੱਤਾ ਜਾਵੇਗਾ। ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਬੱਚੀਆਂ ਦਾ ਤੇ ਮਾਤਾਵਾਂ ਦਾ ਤੇ ਭੈਣਾਂ ਦਾ ਤੇ ਬੀਬੀਆਂ ਦਾ ਸਤਿਕਾਰ ਬਹੁਤ ਕਰਦੇ ਆ, ਤੇ ਇਸ ਮੁਲਕ ਦੇ ਵਿੱਚ ਸਿੱਖ ਕੌਮ ਨੇ ਹਮੇਸ਼ਾ ਹੀ
ਉਹਨਾਂ ਬੱਚੀਆਂ ਦੀ ਚਾਹੇ ਬਿਫੋਰ ਪਾਰਟੀਸ਼ਨ ਸੀ, ਉਹਨਾਂ ਦੇ ਹਿੱਤਾਂ ਲਈ, ਉਹਨਾਂ ਦੇ ਹਿੱਤਾਂ ਦੀ ਪੂਰਤੀ ਲਈ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਤੇ ਵੱਡੇ ਵੱਡੇ ਜ਼ੁਲਮੀਆਂ ਦੇ ਨਾਲ ਉਹਨੇ ਟਕਰਾਅ ਵੀ ਕੀਤਾ। ਬੜੇ ਅਫਸੋਸ ਨਾਲ ਐਗਜ਼ੈਕਟਿਵ ਕਮੇਟੀ ਨੇ ਅੱਜ ਇਸ ਗੱਲ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਵੀ ਦਿੱਲੀ ਦੇ ਵਿੱਚ ਲਗਾਤਾਰ ਉਹ ਜਿਹੜੇ ਉੱਥੇ ਧਰਨੇ ਤੇ ਬੈਠੇ ਆ ਤੇ ਖਾਸ ਕਰਕੇ ਉਹ ਜਿਹੜੀਆਂ ਲੜਕੀਆਂ ਜਿਨ੍ਹਾਂ ਨਾਲ ਬੇਇਨਸਾਫੀ ਹੁੰਦੀ ਆ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਾਪਸ ਸਾਡਾ ਜਿਹੜਾ ਆ ਉਹ 2-3 ਦਿਨਾਂ ਦੇ ਵਿੱਚ ਹੀ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਉਸ ਸੰਘਰਸ਼ ਦੇ ਵਿੱਚ ਜਿਹੜਾ ਸ਼ਰੀਕ ਹੋਊਗਾ। ਦੂਸਰਾ ਜਿਹੜਾ ਡਾਂਗਮਾਰ ਸਿੱਕਮ ਵਾਲਾ ਇਹ ਸਾਡਾ ਕੇਸ ਹਾਈ ਕੋਰਟ 'ਚ ਚੱਲਦਾ ਸੀ ਤੇ ਹਾਈ ਕੋਰਟ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਤੁਸੀਂ ਬੈਠ ਕੇ ਇਹਦਾ ਹੱਲ ਕਰੋ, ਪਰ ਕਈ ਵਾਰੀ ਅਸੀਂ ਕਾਹਲੇ ਪੈ ਜਾਂਦੇ ਆ ਵੀ ਸ਼ਾਇਦ ਨੰਬਰ ਵੱਧ ਬਣ ਜਾਣਗੇ ਤੇ ਕੋਈ ਯਤਨ ਵੀ ਕਰ ਰਹੇ ਆ। ਅਸੀਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਚਲੋ ਜੇ ਯਤਨ ਕਰਦੇ ਠੀਕ ਆ, ਪਰ ਯਤਨ ਫਾਰ ਦਾ ਸੇਕ ਆਫ ਯਤਨ ਨਹੀਂ ਵੀ ਆਪਾਂ ਕੋਈ ਐਡ ਲੈਣੀ ਉਹਦੇ ਵਿੱਚੋਂ। ਉਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਅਰਸੇ ਦਾ ਕੇਸ ਲੜ ਰਹੀ ਆ ਤੇ ਉਹਦੇ ਲਈ ਅਸੀਂ 4 ਮੈਂਬਰੀ ਡੈਲੀਗੇਟ ਜਿਹੜਾ ਆ ਉਹ ਨਿਯੁਕਤ ਕਰ ਦਿੱਤਾ ਹੈ, ਜਿਹਦੇ ਵਿੱਚ ਹੁਣੇ ਆਪਣੇ ਥੋੜੇ ਦਿਨਾਂ ਦੇ ਵਿੱਚ ਆ ਕੇ ਉਹਦੇ ਨਾਲ ਵੀ ਸਰਕਾਰ ਦੇ ਨਾਲ ਜਿਹੜੀ ਉਹ ਸਾਰੀ ਗੱਲ ਕੀਤੀ ਜਾਊਗੀ। ਮੁੜ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਾਂ ਬਾਕੀ ਹੋਰ ਗੁਰਦੁਆਰਾ ਸਾਹਿਬਾਨ ਇਹਨਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰਾਂ ਦੀਆਂ ਸਪੈਸ਼ਲ ਡਿਊਟੀਆਂ ਲਾਈਆਂ ਗਈਆਂ। ਆ ਕੱਲ ਪਰਸੋਂ ਤੁਸੀਂ ਦੇਖਿਆ ਹੋਣਾ ਹੱਟ ਸਾਹਿਬ ਸਥਾਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ, ਉੱਥੇ ਵੀ ਯਤਨ ਕੀਤਾ ਆ ਕੇ। ਸੋ ਮੈਂ ਸਮਝਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਸਮਰੱਥ ਆ ਤੇ ਮੈਂ ਨਿਮਰਤਾ ਸਹਿਤ ਦੋਵੇਂ ਸਰਕਾਰਾਂ ਨੂੰ ਬੇਨਤੀ ਕਰਦਾ ਕਾਨੂੰਨਾਂ ਦੇ ਵਿੱਚ ਜਿਹੜੀਆਂ ਅਮੈਂਡਮੈਂਟਾਂ ਕੀਤੀਆਂ ਜਾਣ ਤਾਂ ਕਿ ਇਹੋ ਜਿਹੀ ਜਿਹੜੀ ਆ ਕੋਈ ਕਾਰਵਾਈ ਕਰਨ ਦਾ ਹੀਹਾ ਨਾ ਕਰ ਸਕੇ। ਭਈ ਜਿੱਲੇ ਵੀ ਕੋਈ ਇਦਾਂ ਦੀ ਵਾਰਦਾਤ ਹੁੰਦੀ ਆ ਸੱਚ ਕਈ ਵਾਰੀ ਪਿੱਛੇ ਰਹਿ ਜਾਂਦਾ ਤੇ ਜਿੱਲੇ ਵੀ ਸੱਚ ਪੁੱਛਣ ਦਾ ਯਤਨ ਕਰਦੇ ਫਿਰ ਉਹ ਕਹਿੰਦੇ ਸਾਡੀ ਕਿਉਂਕਿ ਤਫਤੀਸ਼ ਚੱਲ ਰਹੀ ਆ ਹਾਲੇ ਅਸੀਂ ਕੋਈ ਡਿਸਕਲੋਜ਼ ਨਹੀਂ ਕਰ ਸਕਦੇ। ਪਰ ਕੋਈ ਨਹੀਂ, ਆ ਹੁਣ ਇੱਕ ਵਾਰੀ ਫਿਰ ਜਾ ਕੇ ਉਹਨਾਂ ਦੇ ਨਾਲ ਬੈਠਾਂਗੇ ਵੀ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਕਿਹੜਾ ਸੱਚ ਜਿਹੜਾ ਉਹ ਸਾਹਮਣੇ ਆਇਆ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ 13 ਮਈ ਨੂੰ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਨਾਲ ਹੋਈ ਮੰਗਣੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਇਸ ਦੌਰਾਨ ਜਿੱਥੇ ਅਕਾਲੀ ਦਲ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇਸ ਤੇ ਨਾਰਾਜ਼ਗੀ ਜਤਾ ਰਹੇ ਸੀ ਅਤੇ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਅੱਜ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਜੋ ਅੰਤਰਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਉਸ ਦੇ ਵਿੱਚ ਜਥੇਦਾਰ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ, ਪਰ ਇਸ ਮੀਟਿੰਗ ਦੇ ਵਿੱਚ ਜਥੇਦਾਰ ਸੰਬੰਧੀ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਆਰਬੀਆਈ ਵੱਲੋਂ 2000 ਦੇ ਨੋਟ ਨੂੰ ਬੰਦ ਕਰਨ ਦੇ ਫੈਸਲੇ ਦਾ ਲੋਕਾਂ ਤੇ ਕੀ ਪ੍ਰਭਾਵ ਪਵੇਗਾ, ਇਸ ਤੇ ਲੋਕਾਂ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਕੁਝ ਵਪਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ, ਜਦੋਂ ਕਿ ਕੁਝ ਵਪਾਰੀ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਵੀ ਦੱਸ ਰਹੇ ਨੇ। ਆਰਬੀਆਈ ਨੇ 2000 ਰੁਪਏ ਦੀ ਨੋਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2000 ਰੁਪਏ ਦੀ ਨੋਟਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਹਾਲਾਂਕਿ 2000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। ਜਾਣਕਾਰੀ ਮੁਤਾਬਿਕ ਆਰਬੀਆਈ ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਤਹਿਤ ਲਿਆ। ਆਰਬੀਆਈ ਨੇ ਕਿਹਾ ਕਿ ਇਹ ਨੋਟ 30 ਸਤੰਬਰ ਤੱਕ ਕਾਨੂੰਨੀ ਤੌਰ ਤੇ ਵੈਧ ਰਹਿਣਗੇ। ਇਸ ਮਾਮਲੇ ਦੇ ਵਿੱਚ ਜਦੋਂ ਆਮ ਲੋਕਾਂ ਦੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਆਰਬੀਆਈ ਦੁਆਰਾ 2000 ਰੁਪਏ ਦਾ ਨੋਟ ਬੰਦ ਕਰਨ ਤੇ ਦੁਕਾਨਦਾਰਾਂ ਦੇ ਵਿੱਚ ਖੁਸ਼ੀ ਪਾਈ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ 2000 ਰੁਪਏ ਦਾ ਨੋਟ ਬੰਦ ਹੋਣ ਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਤੇ ਦੁਕਾਨਦਾਰਾਂ ਨੂੰ ਇਸ ਦਾ ਕਾਫੀ ਜ਼ਿਆਦਾ ਫਾਇਦਾ ਵੀ ਹੋਵੇਗਾ। ਉਹ ਠੀਕ ਹੈ ਭਾਜੀ, ਆਹ ਵਾਲਾ ਸਰਕਾਰ ਦਾ ਫੈਸਲਾ ਬਿਲਕੁਲ ਠੀਕ ਹੈ ਜੀ, ਸਾਨੂੰ ਵਧੀਆ ਲੱਗਦਾ ਫੈਸਲਾ ਆਹ ਵਾਲਾ। ਹੁਣ ਇੱਕ ਵਾਰੀ ਐਟਲੀਸਟ ਬਲੈਕ ਮਨੀ ਜਿਹੜੀ ਆ ਉਹ ਤਾਂ ਜ਼ਰੂਰ ਇੱਕ ਵਾਰੀ ਜਿਹੜੀ 2000 ਦੇ ਨੋਟਾਂ 'ਚ ਵੱਡੇ ਸਕੇਲ ਤੇ ਜਿਹੜੀ ਲੋਕਾਂ ਨੇ ਰੱਖੀ ਹੋਈ ਆ ਉਹ ਘਟੇਗੀ ਜ਼ਰੂਰ ਇੱਕ ਵਾਰੀ ਜੀ। ਨਹੀਂ, ਇਹਨੂੰ ਜ਼ਿਆਦਾ ਇਫੈਕਟ ਨਹੀਂ ਪੈਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਬਹੁਤ ਲੰਬਾ ਟਾਈਮ ਹੈ, 4 ਮਹੀਨੇ ਦਾ ਟਾਈਮ ਹੈ। ਉਹ ਆਲਰੇਡੀ ਇੱਦਾਂ ਨਾ ਫਿਰ ਨੋਟਸ ਇੱਧਰ ਉੱਧਰ ਹੋ ਜਾਣਗੇ, ਬੈਂਕਾਂ ਜਮ੍ਹਾਂ ਹੋ ਜਾਣਗੇ, ਆਲਰੇਡੀ 4 ਮਹੀਨੇ ਦਾ ਟਾਈਮ ਕਾਫੀ ਹੁੰਦਾ। ਇਹਦੇ ਵਿੱਚ ਜ਼ਿਆਦਾ ਇਫੈਕਟ ਨਹੀਂ ਪੈਣਾ ਚਾਹੀਦਾ ਕੰਮ ਦੇ ਵਿੱਚ। ਦੇਖੋ ਜੀ, ਇਹ ਫੈਸਲਾ ਆਰਬੀਆਈ ਨੇ ਗਲਤ ਕੀਤਾ ਹੈ। ਇਹ ਸੋਚ ਸਮਝ ਕੇ ਲੈਣਾ ਚਾਹੀਦਾ ਸੀਗਾ। ਪਹਿਲਾਂ ਵੀ ਇਸ ਤਰ੍ਹਾਂ ਕੀਤਾ ਸੀ, ਨੋਟਬੰਦੀ ਕਰਤੇ। ਨੋਟਬੰਦੀ ਕਰਨ ਨਾਲ ਲੋਕਾਂ ਦਾ ਸਾਰਾ ਬਜਟ ਵਿਗੜ ਜਾਂਦਾ ਹੈ। ਲੋਕਾਂ ਦੇ ਘਰ ਜਿਹੜੇ ਪੈਸੇ ਹੈਗੇ ਨੇ ਲੇਡੀਜ਼ ਕੋਲ, ਉਹ ਸਾਰੇ ਪੈਸੇ ਮਾਰਕੀਟ 'ਚ ਇੱਕ ਵਾਰ ਨਿਕਲ ਗਏ, ਬੈਂਕਾਂ 'ਚ ਚਲੇ ਗਏ, ਲੇਡੀਜ਼ ਦੇ ਪੱਲੇ ਕੁਝ ਨਹੀਂ ਰਹਿੰਦਾ। ਇਸ ਕਰਕੇ ਸਰਕਾਰ ਨੂੰ ਕੋਈ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਇਹ ਨੋਟ ਕਿਸ ਤਰ੍ਹਾਂ ਬੰਦ ਕਰਨੇ ਨੇ
ਕਿਸ ਤਰ੍ਹਾਂ ਕਾਲਾ ਧਨ ਵਾਪਸ ਆਏਗਾ। ਬਿਲਕੁਲ ਝੇਲਣੇ ਪੈਣਗੇ। ਪਿਛਲੀ ਵਾਰ ਬੜੀ ਮੰਦੀ ਆਈ ਸੀਗੀ, ਲੋਕਾਂ ਕੋਲ ਪੈਸੇ ਬਾਜ਼ਾਰ ਲੈ ਕੇ ਆਉਂਦੇ ਸੀਗੇ, ਲੇਕਿਨ ਮੰਦੀ ਫਿਰ ਵੀ ਸੀਗੀ। ਹੁਣ ਵੀ ਉਹੀ ਹਾਲ ਹੋਣਾ, ਲੋਕਾਂ ਨੇ ਪੈਸੇ ਬੈਂਕ 'ਚ ਜਮ੍ਹਾਂ ਕਰਾਈ ਜਾਣੇ ਨੇ, ਬਾਜ਼ਾਰ 'ਚ ਮੰਦੀ ਦਾ ਦੌਰ ਫਿਰ ਆ ਜਾਣਾ, ਉਹੀ ਹਾਲ ਦੁਬਾਰਾ ਹੋਏਗਾ। ਇਹ ਗੌਰਮੈਂਟ ਨੇ ਜੋ ਬਜਟ ਬੰਦ ਕੀਤਾ ਕਿ ਸੋਚ ਸਮਝ ਕੀਤਾ ਉਹਨਾਂ ਵਾਸਤੇ ਠੀਕ ਹੋਏਗਾ। ਪਰ ਪਹਿਲਾਂ ਨੋਟਬੰਦੀ ਹੋਈ, ਬਾਜ਼ਾਰ ਇੱਕਦਮ ਮੰਦਾ ਪੈ ਗਿਆ। 2 ਸਾਲ ਉੱਠੇ ਕਰੋਨਾ ਕਾਲ ਆ ਗਿਆ, ਬਾਜ਼ਾਰ ਬੰਦ, ਮੰਦਾ ਪੀੜਤ ਲੋਕ ਤਬਾਹ ਹੋ ਗਏ। ਹੁਣ ਇਹ ਫੈਸਲਾ 2000 ਨੋਟ ਦਾ ਲਿਆ ਗਿਆ, ਇਹ ਉਸ ਤੋਂ ਵੀ ਮਾੜਾ ਘਾਤਕ ਸਿੱਧ ਹੋਏਗਾ। ਬੈਂਕਾਂ ਲਾਈਨਾਂ ਲੱਗਣਗੀਆਂ ਵੱਡੀਆਂ ਵੱਡੀਆਂ, ਬਾਜ਼ਾਰ 'ਚ ਲੋਕ ਆਉਣਗੇ ਕਿ ਸਾਡੇ ਨੋਟ ਲਓ, ਦੁਕਾਨਦਾਰ ਨੋਟ ਲਏਗਾ ਨਹੀਂ, ਉਹ ਸਾਰਾ ਸਿਸਟਮ ਗੜਬੜ ਜਾਏਗਾ। ਸਰਕਾਰ ਨੂੰ ਚਾਹੀਦਾ ਹੈ ਕਿ ਸੋਚ ਸਮਝ ਕੇ ਕੋਈ ਹੋਰ ਤਰੀਕਾ ਕੱਢੇ ਤਾਂ ਕਿ ਜਨਤਾ ਨੂੰ ਤਕਲੀਫ ਨਾ ਹੋਵੇ। ਨੋਟ ਬੰਦ ਕਰਨਾ ਕਰ ਦੇਣ, ਕੋਈ ਗੱਲ ਨਹੀਂ, ਪਰ ਇਹ ਨਾ ਕਹਿ 10 ਨੋਟ ਜਮ੍ਹਾਂ ਕਰਾ ਸਕਦੇ ਹੋ, 20 ਜਮ੍ਹਾਂ ਕਰਾ ਸਕਦੇ ਹੋ, ਲਿਮਿਟ ਨਾ ਰੱਖਣ ਕੋਈ ਵੀ। ਉਹਦੇ ਜਿੰਨੇ ਜਮ੍ਹਾਂ ਕਰਾਣੇ ਉਹ ਤਾਂ ਉਹਨਾਂ ਕੋਲ ਲਿਸਟ ਆ ਹੀ ਜਾਣੀ ਹੈ, ਕਿਹੜੇ ਘੱਟ ਕਰਕੇ ਵੱਧ ਜਮ੍ਹਾਂ ਕਰਾਏ ਨੇ। ਸਰਕਾਰ ਕੋਈ ਵੀ ਇਹਦਾ ਸਕੀਮ ਬਣਾਵੇ, ਪਲਾਨ ਕਰੇ, ਲੋਕਾਂ ਨੂੰ ਤਕਲੀਫ ਨਾ ਲੋਕਾਂ ਨੂੰ ਹੋਵੇ। ਦੱਸਣਯੋਗ ਹੈ ਕਿ ਆਰਬੀਆਈ ਨੇ 2000 ਰੁਪਏ ਦੇ ਨੋਟ ਆਰਬੀਆਈ ਐਕਟ 1934 ਦੀ ਧਾਰਾ 24(1) ਤਹਿਤ ਨਵੰਬਰ 2016 ਦੇ ਵਿੱਚ ਜਾਰੀ ਕੀਤੇ ਸੀ। ਇਹ ਨੋਟ ਰਿਜ਼ਰਵ ਬੈਂਕ ਨੇ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਸੀ। ਇਹ ਫੈਸਲਾ ਇਸ ਲਈ ਲਿਆ ਗਿਆ ਸੀ ਤਾਂ ਜੋ 500 ਅਤੇ 1000 ਰੁਪਏ ਦੇ ਨੋਟ ਜਿਨ੍ਹਾਂ ਨੂੰ ਉਸ ਸਮੇਂ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ, ਉਸ ਦਾ ਬਾਜ਼ਾਰ ਅਤੇ ਅਰਥ ਵਿਵਸਥਾ ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਨੇ ਦਿੱਲੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਅਤੇ ਵਿਜੀਲੈਂਸ ਸੰਬੰਧੀ ਅਧਿਕਾਰਾਂ ਨੂੰ ਲੈ ਕੇ ਇੱਕ ਆਰਡੀਨੈਂਸ ਜਾਰੀ ਕੀਤਾ ਹੈ, ਜਿਸ ਤੇ ਦਿੱਲੀ ਸਰਕਾਰ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀ ਅਤੇ ਵਿਜੀਲੈਂਸ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਲੈ ਕੇ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਤਿੱਖੇ ਨਿਸ਼ਾਨੇ ਸਾਧੇ ਹੈ। ਭਾਜਪਾ ਤੇ ਟਵਿੱਟਰ ਜ਼ਰੀਏ ਹਮਲਾ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਭਾਰਤੀ ਸੰਵਿਧਾਨ ਦੇ ਵਿੱਚ ਲੋਕਤੰਤਰ ਦੇ ਕਾਤਲਾਂ ਨੂੰ ਸਜ਼ਾ ਦੀ ਕੋਈ ਵਿਵਸਥਾ ਹੁੰਦੀ ਤਾਂ ਪੂਰੀ ਭਾਜਪਾ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ਦੇਸ਼ ਨੂੰ 30-31 ਰਾਜਪਾਲ ਅਤੇ ਇੱਕ ਪ੍ਰਧਾਨ ਮੰਤਰੀ ਹੀ ਚਲਾ ਲੈਣ, ਵੋਟਾਂ ਪਵਾਉਣ ਉੱਤੇ ਕਰੋੜਾਂ ਅਰਬਾਂ ਖਰਚਣ ਦਾ ਕੀ ਫਾਇਦਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਿਆ ਤੇ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਲਿਆਂਦਾ ਗਿਆ ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਫੈਸਲੇ ਦੀ ਤੋਹੀਨ ਕਰਦਾ ਹੈ। ਮਾਣਯੋਗ ਸੁਪਰੀਮ ਕੋਰਟ ਦੀ ਕਨਸਟੀਟਿਊਸ਼ਨਲ ਬੈਂਚ ਜਿਨੇ 11 ਮਈ ਨੂੰ ਇਹ ਫੈਸਲਾ ਦਿੱਤਾ ਸੀ, ਇੰਪਾਵਰ ਕੀਤਾ ਸੀ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਕਿ ਉਹ ਲਾਅ ਐਂਡ ਆਰਡਰ, ਪੁਲਿਸ, ਲੈਂਡ ਤੋਂ ਇਲਾਵਾ ਬਾਕੀ ਸਾਰੇ ਫੈਸਲੇ ਕਰ ਸਕਦੇ ਆ। ਉਸ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਨੂੰ ਭਾਰਤ ਸਰਕਾਰ ਨੇ ਕੱਲ ਰਾਤ ਨੂੰ ਇੱਕ ਫਰਮਾਨ ਦੁਆਰਾ ਨਾ ਸਿਰਫ ਕੰਟੈਂਪਟ ਟੂ ਆਨਰੇਬਲ ਸੁਪਰੀਮ ਕੋਰਟ ਹੈ, ਬਲਕਿ ਇਹ ਸਾਡੇ ਸੰਵਿਧਾਨ ਨਿਰਮਾਤਾਵਾਂ ਦਾ ਵੀ ਕਿਤੇ ਨਾ ਕਿਤੇ ਮਜ਼ਾਕ ਉਡਾਇਆ, ਤੋਹੀਨ ਕੀਤੀ ਹੈ। ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਸੰਵਿਧਾਨਿਕ ਪਰੰਪਰਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਡਾਇਰੈਕਟ ਕੀਤਾ ਕਿ ਜਿਹੜੀ ਚੁਣੀ ਹੋਈ ਸਰਕਾਰ ਹੈ, ਇਹ ਡੈਮੋਕ੍ਰੈਟਿਕ ਮੁਲਕ ਹੈ, ਇੱਥੇ ਲੋਕ ਆਪਣੀ ਸਰਕਾਰ ਚੁਣਦੇ ਆ, ਲੋਕਾਂ ਦੀ ਚੁਣੀ ਹੋਈ ਸਰਕਾਰ ਸੁਪਰੀਮ ਰਹੂਗੀ, ਲੋਕਾਂ ਦੀ ਚੁਣੀ ਹੋਈ ਸਰਕਾਰ ਫੈਸਲੇ ਲਊਗੀ, ਲੋਕਾਂ ਦੀ ਚੁਣੀ ਹੋਈ ਸਰਕਾਰ ਰੀਅਲ ਸੈਂਸ ਜਿਹੜਾ ਹੈ ਉਹ ਤਾਕਤ ਰੱਖਦੀ ਹੈ, ਪਾਵਰ ਰੱਖਦੀ ਹੈ। ਇਹੀ ਸਾਡੇ ਕਨਸਟੀਟਿਊਸ਼ਨ ਦੀ ਸਪਿਰਿਟ ਹੈ। ਲੇਕਿਨ 11 ਮਈ ਤੋਂ ਬਾਅਦ ਲਗਾਤਾਰ ਇੱਕ ਹਫ਼ਤੇ ਤੱਕ ਉਹਨੂੰ ਕੋਈ ਚੈਲੰਜ ਨਹੀਂ ਕੀਤਾ। ਤਕਰੀਬਨ 6-7 ਦਿਨ ਸੈਂਟਰ ਸਰਕਾਰ ਨੇ ਕੋਈ ਚੈਲੰਜ ਨਹੀਂ ਕੀਤਾ। ਇਹ ਗੱਲ ਨੋਟ ਕਰਨ ਵਾਲੀ ਆ, ਜਦੋਂ ਪਿਛਲੇ ਕੱਲ ਆਨਰੇਬਲ ਸੁਪਰੀਮ ਕੋਰਟ 'ਚ 6 ਹਫ਼ਤਿਆਂ ਦੀਆਂ ਛੁੱਟੀਆਂ ਹੋ ਗਈਆਂ ਤੇ ਉਸ ਇੱਥੋਂ ਇਹਨਾਂ ਦੀ ਭਾਵਨਾ ਪਤਾ ਲੱਗਦੀ ਹੈ ਭਾਜਪਾ ਸਰਕਾਰ ਦੀ ਕਿ ਸੁਪਰੀਮ ਕੋਰਟ 'ਚ ਛੁੱਟੀਆਂ ਹੋ ਗਈਆਂ, ਹੁਣ ਇੱਕ ਆਰਡੀਨੈਂਸ ਜਾਰੀ ਕਰ ਦਿਓ, ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿਓ ਜਿਹੜਾ ਕਿ ਸਿੱਧਾ ਕੰਟੈਂਪਟ ਟੂ ਕੋਰਟ ਵੀ ਹੈ, ਫੈਡਰਲ ਸਟਰਕਚਰ ਦੇ ਸਿਧਾਂਤ ਨੂੰ ਵਾਇਲੇਟ ਕਰਦਾ ਹੈ, ਲੋਕਾਂ ਦੀਆਂ ਭਾਵਨਾ ਨੂੰ ਵਾਇਲੇਟ ਕਰਦਾ ਹੈ, ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਵਾਇਲੇਟ ਕਰਦਾ ਹੈ ਔਰ ਡੈਮੋਕ੍ਰੈਟਿਕ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ।
ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ਦੇ ਵਿੱਚ ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀ ਅਤੇ ਵਿਜੀਲੈਂਸ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਲੈ ਕੇ ਇੱਕ ਆਰਡੀਨੈਂਸ ਜਾਰੀ ਕੀਤਾ ਹੈ। ਹੁਣ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦਾ ਅਧਿਕਾਰ ਲੈਫਟੀਨੈਂਟ ਗਵਰਨਰ ਦੇ ਹੱਥਾਂ ਵਿੱਚ ਚਲਾ ਜਾਵੇਗਾ। ਦਰਅਸਲ ਸੁਪਰੀਮ ਕੋਰਟ ਨੇ 11 ਮਈ ਦੇ ਆਪਣੇ ਫੈਸਲੇ ਵਿੱਚ ਦਿੱਲੀ ਸਰਕਾਰ ਨੂੰ ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀ ਦਾ ਅਧਿਕਾਰ ਦਿੱਤਾ ਸੀ। ਕੇਂਦਰ ਨੇ ਇੱਕ ਆਰਡੀਨੈਂਸ ਰਾਹੀਂ ਅਦਾਲਤ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਹੈ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਬਾਅਦ ਦੀਆਂ ਅਗਲੀ ਖਬਰ ਵੱਲ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਵਿਧਾਇਕ ਰਹੇ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਇਨਕਮ ਟੈਕਸ ਦੀ ਰੇਡ ਤੀਜੇ ਦਿਨ ਵੀ ਜਾਰੀ ਰਹੀ। ਤੁਹਾਨੂੰ ਦੱਸ ਦਈਏ, ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵੱਲੋਂ ਮਲਹੋਤਰਾ ਦੇ ਨਾਲ ਉਹਨਾਂ ਦੇ ਕਰੀਬੀਆਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਮਸ਼ਹੂਰ ਸ਼ਰਾਬ ਕਾਰੋਬਾਰੀ ਅਤੇ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਟਿਕਾਣਿਆਂ ਤੇ ਅੱਜ ਤੀਜੇ ਦਿਨ ਵੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਲੰਘੀ 18 ਮਈ ਨੂੰ ਇਨਕਮ ਟੈਕਸ ਵਿਭਾਗ ਨੇ ਦੀਪ ਮਲਹੋਤਰਾ ਦੇ ਇਕੱਲੇ ਫਰੀਦਕੋਟ ਵਿੱਚ ਹੀ 3 ਤੋਂ 4 ਥਾਵਾਂ ਤੇ ਛਾਪੇਮਾਰੀ ਕੀਤੀ ਸੀ। ਇਸੇ ਦੌਰਾਨ ਦੀਪ ਮਲਹੋਤਰਾ ਦੇ ਕਰੀਬੀ ਪਵਨ ਬਾਂਸਲ, ਜੋ ਕਿ ਜ਼ੀਰਾ ਸ਼ਰਾਬ ਫੈਕਟਰੀ ਦੇ CEO ਨੇ, ਉਹਨਾਂ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਸੀ ਅਤੇ ਨਾਲ ਹੀ ਜ਼ੀਰਾ ਸ਼ਰਾਬ ਫੈਕਟਰੀ ਦੇ ਵਿੱਚ ਵੀ IT ਵਿਭਾਗ ਦੀ ਟੀਮ ਪਹੁੰਚੀ ਸੀ ਅਤੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੀਪ ਮਲਹੋਤਰਾ ਦੇ ਨਾਲ-ਨਾਲ ਉਸਦੇ ਨਜ਼ਦੀਕੀਆਂ ਦੇ ਘਰ ਅਤੇ ਹੋਰ ਟਿਕਾਣਿਆਂ ਤੇ ਵੀ ਇਨਕਮ ਟੈਕਸ ਵਿਭਾਗ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਰੀਬ ਪਿਛਲੇ 50 ਘੰਟਿਆਂ ਤੋਂ ਛਾਣਬੀਣ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਫਰੀਦਕੋਟ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਜਾਣਕਾਰੀ ਸਾਂਝੀ ਕੀਤੀ ਹੈ, ਆਓ ਜਾਣਦੇ ਹਾਂ। ਬਿਲਕੁਲ ਜੀ, ਜਿਹੜੀ ਲਗਾਤਾਰ 3 ਦਿਨ ਹੋ ਗਏ ਜਿਹੜੀ ਇਹ ਛਾਪੇਮਾਰੀ ਹਜੇ ਵੀ ਜਾਂਚ ਜਿਹੜੀ ਚੱਲ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੇ ਫਰੀਦਕੋਟ ਦੇ ਵਿੱਚ 3 ਤੋਂ 4 ਟਿਕਾਣਿਆਂ ਤੇ ਲਗਾਤਾਰ ਜਿਹੜੀ ਇਹ ਜਾਂਚ ਕੀਤੀ ਜਾ ਰਹੀ ਸੀਗੀ ਤੇ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 2 ਟਿਕਾਣਿਆਂ ਤੇ ਜਿਹੜੀ ਜਾਂਚ ਆ ਉਹ ਕੰਪਲੀਟ ਕਿਹਾ ਜਾ ਰਿਹਾ ਕਿ ਹੋ ਗਈ ਹੈ, ਖਤਮ ਹੋ ਗਈ ਹੈ ਤੇ ਬਾਕੀ 2 ਟਿਕਾਣਿਆਂ ਤੇ ਦੀਪ ਮਲਹੋਤਰੇ ਦੇ ਆਪਾਂ ਘਰ ਦੀ ਗੱਲ ਕਰ ਲਈਏ, ਦਫ਼ਤਰ ਦੀ ਗੱਲ ਕਰ ਲਈਏ, ਉੱਥੇ ਹਜੇ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਹਵਾਲੇ ਦੇ ਨਾਲ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਫੀ ਜਿਹੜੇ ਕਾਗਜ਼ ਪੱਤਰ ਹੈ ਜਿਹੜੇ ਉਹ ਖੰਗਾਲੇ ਜਾ ਰਹੇ ਨੇ। ਕੁਛ ਨਾ ਕੁਛ ਇਹ ਵੀ ਸਾਹਮਣੇ ਗੱਲ ਆ ਰਹੀ ਹੈ ਕਿ ਉਹਨਾਂ ਦੇ ਜਿਹੜੀ ਜਾਂਚ ਟੀਮ ਦੇ ਕੁਝ ਨਾ ਕੁਝ ਹੱਥ ਵੀ ਲੱਗਿਆ ਤੇ ਨਾਲ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਵੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਵੱਲੋਂ ਜਿੱਥੇ ਜਿਹੜੀਆਂ ਬੈਂਕਾਂ ਦੇ ਵਿੱਚ ਕਿਤੇ ਲੋਕਰ ਸੀ ਤਾਂ ਉਹ ਲੋਕਰਾਂ ਦੀ ਵੀ ਚੈੱਕਅਪ ਕੀਤੀ ਜਾ ਰਹੀ ਹੈ ਇਸ ਟੀਮ ਵੱਲੋਂ। ਤਾਂ ਲਗਾਤਾਰ ਜਿਹੜੀ ਇਹ ਜਾਂਚ ਜਾਰੀ ਹੈ ਤੇ ਪਰ ਜੇ ਆਪਾਂ ਗੱਲ ਕਰੀਏ ਕੋਈ ਵੀ ਹਜੇ ਤੱਕ ਕਿਸੇ ਦੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਕਿ ਕੈਮਰੇ ਸਾਹਮਣੇ ਆਉਣ ਲਈ ਕੋਈ ਵੀ ਤਿਆਰ ਨਹੀਂ ਗਾ ਤੇ ਜਾਂਚ ਹੈ ਜਿਹੜੀ ਲਗਾਤਾਰ ਜਾਰੀ ਹੈ ਤੇ ਹੁਣ ਦੇਖਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ 1-2 ਦਿਨ ਜਾਂਚ ਹੈ ਜਿਹੜੀ ਅੱਗੇ ਲੰਬੀ ਵੀ ਜਾ ਸਕਦੀ ਹੈ। ਤਾਂ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ, ਕਦੋਂ ਤੱਕ ਜਿਹੜੀ ਇਹ ਜਾਂਚ ਜਿਹੜੀ ਲਗਾਤਾਰ ਜਿਹੜੀ ਇਨਕਮ ਟੈਕਸ ਵਿਭਾਗ ਦੀ ਚੱਲਦੀ ਰਹੇਗੀ। ਪਰ ਜੇ ਆਪਾਂ ਗੱਲ ਕਰੀਏ ਜਿੰਨੇ ਉਹਨਾਂ ਦੇ ਹਿੱਸੇਦਾਰ ਸੀ ਜਾਂ ਰਿਸ਼ਤੇਦਾਰ ਸੀਗੇ, ਕੁਝ ਦੇ ਉਹਨਾਂ ਦੇ ਘਰੇ ਵੀ ਜਿਹੜੀ ਇਹ ਲਗਾਤਾਰ ਜਾਂਚ ਜਿਹੜੀ ਕਮੇਟੀਆਂ ਜਿਹੜੀਆਂ ਅਧਿਕਾਰੀ ਆ ਉਹ ਜਾਂਚ ਕਰ ਰਹੇ ਸੀਗੇ। ਜੇ ਉਹਨਾਂ ਦੇ CEO ਆ ਜਿਹੜੇ ਉਹਨਾਂ ਦੇ ਘਰੇ ਵੀ ਜਿਹੜਾ ਫਿਰੋਜ਼ਪੁਰ ਦੇ ਵਿੱਚ ਲਗਾਤਾਰ ਜਿਹੜੀ ਜਾਂਚ ਜਾਰੀ ਸੀਗੀ। ਹੁਣ ਵੀ ਕੁਝ ਥਾਵਾਂ ਤੇ ਜਿਹੜੀ ਜਾਂਚ ਉਹਨਾਂ ਦੀ ਖਤਮ ਹੋ ਚੁੱਕੀ ਹੈ ਤੇ ਹਜੇ ਬਾਕੀ ਜਿਹੜੀ ਉਹਨਾਂ ਦੇ ਘਰ ਦੀ ਗੱਲ ਕਰੀਏ, ਦਫ਼ਤਰ ਦੀ ਗੱਲ ਕਰੀਏ ਤਾਂ ਕੁਝ 1-2 ਥਾਵਾਂ ਹੋਰ ਦੀ ਗੱਲ ਕਰੀਏ ਤਾਂ ਉੱਥੇ ਹਜੇ ਲਗਾਤਾਰ ਜਿਹੜੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ 8 ਫਰਵਰੀ 2023 ਨੂੰ ਦੀਪ ਮਲਹੋਤਰਾ ਦੇ ਪੁੱਤਰ ਅਤੇ ਪੰਜਾਬ ਦੇ ਮਸ਼ਹੂਰ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਵੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਵਪਾਰੀ ਤੇ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਵਿੱਚ ਕਟਲਾਈਜ਼ੇਸ਼ਨ ਦਾ ਦੋਸ਼ ਹੈ, ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਹੀ ਦੀਪ ਮਲਹੋਤਰਾ ਤੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸਦੇ ਕਰੀਬੀਆਂ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਿੱਲੀ ਆਬਕਾਰੀ ਨੀਤੀ ਮਾਮਲੇ ਤਹਿਤ ਹੀ CBI ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਪੁੱਛਗਿੱਛ ਕੀਤੀ ਸੀ ਅਤੇ ਇਸੇ ਮਾਮਲੇ ਨੂੰ ਲੈ ਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਅਜਨਾਲਾ ਦੇ ਪਿੰਡ ਗੱਗੋਮਹਾਲ ਦੇ 2 ਨੌਜਵਾਨ ਇੰਡੋਨੇਸ਼ੀਆ ਪੁਲਿਸ ਦੀ ਹਿਰਾਸਤ ਵਿੱਚ ਹਨ।
ਉਹਨਾਂ ਨੂੰ ਕਤਲ ਦੇ ਮਾਮਲੇ ਵਿੱਚ ਵੱਡੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਵਿੱਚ ਜਦੋਂ ਉਹਨਾਂ ਦੇ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਰੋਜ਼ੀ ਰੋਟੀ ਕਮਾਉਣ ਅਤੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਨੇ, ਪਰ ਕਈ ਵਾਰ ਗਲਤ ਏਜੰਟਾਂ ਦੇ ਧੱਕੇ ਚੜ ਜਾਂਦੀ ਹੈ। ਅਜਿਹਾ ਹੀ ਮਾਮਲਾ ਅਜਨਾਲਾ ਦੇ 2 ਨੌਜਵਾਨਾਂ ਦਾ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਇੰਡੋਨੇਸ਼ੀਆ ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਸਾਰੀ ਕਹਾਣੀ ਬਿਆਨ ਕਰਦਿਆਂ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਗੁਰਮੇਜ ਸਿੰਘ ਮੇਰੇ ਬੇਟਾ ਨਾਮ ਆ, ਅਜੇਪਾਲ ਸਿੰਘ ਮੇਰੇ ਭਨੇਵੇਂ ਦਾ ਨਾਮ ਹੈ। ਤੇ ਇਹ ਦੋਵੇਂ ਬੇਟੇ ਜਿਹੜੇ ਸੀ, ਅਸੀਂ ਗੱਗੋਮਾਲ ਦੇ ਰਹਿਣ ਵਾਲਾ, ਉਹ ਬੜਾ ਭਨੇਵਾ ਉਹ ਮੋਦੇ ਪਿੰਡ ਦੇ ਰਹਿਣ ਵਾਲਾ ਵਾ, ਟਾਰੀ ਲਾਗੇ। ਤੇ ਦੋਵੇਂ ਬੱਚੇ ਜਿਹੜੇ ਸੀ ਇਹ ਆਪਣਾ ਚਰਨਜੀਤ ਸੋਢੀ ਕੋਈ ਹੈਗਾ ਵਾ ਆਪਣਾ ਏਜੰਟ, ਉਹਦੇ ਨਾਲ ਸਾਡੇ ਕਾਸ਼ਦੀਪ ਸਿੰਘ ਮੇਰਾ ਭਨੇਵਾ ਆ, ਉਹਦੇ ਨਾਲ ਕੋਈ ਫੇਸਬੁੱਕ ਤੇ ਗੱਲ ਥੋੜ੍ਹੀ ਜਿਹੀ ਹੋਈ। ਉਸ ਤੋਂ ਬਾਅਦ ਉਹ ਕਹਿਣ ਲੱਗਾ ਵੀ ਅਸੀਂ ਬਾਹਰ ਅਮਰੀਕਾ ਵਿੱਚ ਉਹਨੇ ਨੰਬਰ ਜਦੋਂ ਵੇਖਿਆ ਉਹਨੇ ਕਿਹਾ ਬਾਹਰ ਅਮਰੀਕਾ ਅਸੀਂ ਘੱਲਦੇ ਹਾਂ। ਤੇ ਉਹਨਾਂ ਨੇ ਕਿਹਾ ਵੀ ਘੱਲਦੇ ਤੇ ਕਿੰਨੇ ਪੈਸੇ ਲਓਗੇ? ਉਹਨਾਂ ਕਿਹਾ ਅਸੀਂ 35 ਲੱਖ ਰੁਪਏ ਲਵਾਂਗੇ ਤਾਂ ਤੁਹਾਨੂੰ ਸਿੱਧਾ ਅਮਰੀਕਾ ਦੇ ਵਿੱਚ ਘੱਲਿਆਂਗੇ। ਤੇ ਉਹ ਸਾਡਾ ਜਿਹੜਾ ਕਾਸ਼ਦੀਪ ਸਿੰਘ ਭਨੇਵਾ ਉਹ ਤੇ ਚਲੋ ਵੀ ਠੀਕ ਠਾਕ ਬੰਦਾ ਲੱਗਦਾ, ਚਲ ਕੋਈ ਨਹੀਂ ਭੇਜ ਦਿੰਦੇ ਆ। ਤੇ ਉਹ ਭੇਜਣ ਬਾਵਜੂਦ ਉਹਨੇ ਆਪਣਾ ਦਿੱਲੀ ਤੋਂ 5 ਤਰੀਕ ਨੂੰ ਘਰੋਂ ਗਏ ਨੇ ਤੇ 9 ਤਰੀਕ ਤੋਂ ਦਿੱਲੀ ਨੂੰ ਟਿਕਟਾਂ ਕਟਾ ਦਿੱਤੀਆਂ ਨੇ। ਤੇ 9 ਤਰੀਕ ਤੋਂ ਟਿਕਟਾਂ ਕਟਾਈਆਂ ਤੇ ਇੰਡੋਨੇਸ਼ੀਆ ਉਤਰ ਕੇ ਅਗਲੇ ਪਾਸੇ ਕੋਈ ਉਹਨਾਂ ਦਾ ਆਦਮੀ ਬੰਦਿਆਂ ਦਾ ਲੈਣ ਆਇਆ, ਉਹ ਲੈ ਕੇ ਆਪਣੇ ਘਰ ਵਿੱਚ ਜਿੱਥੇ ਉਹਨਾਂ ਖੜਨਾ ਸੀ ਲੈ ਕੇ ਤੇ ਉੱਥੇ ਜਾ ਕੇ ਉਹਨਾਂ ਨੇ ਜਦੋਂ ਵੇਖਿਆ ਤਾਂ ਬੰਦੇ 5 ਜਣੇ 4 ਜਣੇ ਉੱਥੇ ਬੈਠੇ ਸੀ। ਬਹਿ ਕੇ ਤੇ ਇਹਨਾਂ ਸਾਡੇ ਬੰਦਿਆਂ ਦੋਵਾਂ ਨੂੰ ਬੰਨ੍ਹ ਲਿਆ। ਬੰਨ੍ਹ ਕੇ ਤੇ ਉਹਨਾਂ ਦੇ ਪੈਸੇ ਜਿਹੜੇ ਖੜੇ ਸੀ ਘਰੋਂ 5-5000 ਡਾਲਰ ਇੱਕ ਜਣੇ ਨੇ, ਉਹ 10,000 ਡਾਲਰ ਅਮਰੀਕਾ ਦਾ, ਉਹ ਉਹਨਾਂ ਨੇ ਖੋਹ ਕੇ ਤੇ ਰੱਖ ਲਿਆ। ਖੋਹਣ ਤੋਂ ਬਾਅਦ ਇਹਨਾਂ ਕੁੱਟਮਾਰ ਕੀਤੀ, ਬੰਦਿਆਂ ਨੂੰ ਬੰਨ੍ਹ ਕੇ ਰੋਟੀ ਪਾਣੀ ਨਹੀਂ ਦਿੱਤਾ ਕੋਈ ਉਹਨਾਂ ਨੇ। ਉਹਨੇ ਕਹਿੰਦੇ ਬਾਵਜੂਦ ਸਾਡੇ ਮੁੰਡੇ ਦੋਵੇਂ ਜਿਹੜੇ ਸੀ ਉਹ ਏਅਰਪੋਰਟ ਬਾਲੀ ਏਅਰਪੋਰਟ ਪੈਂਦੀ ਹੈ, ਉੱਥੇ ਆ ਕੇ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਫੋਨ ਕੀਤਾ, ਆਪਣੇ ਕਾਸ਼ਦੀਪ ਸਿੰਘ ਨੂੰ ਫੋਨ ਕੀਤਾ ਵੀ ਸਾਡੀ ਟਿਕਟ ਵਾਪਸੀ ਜਲਦੀ ਤੋਂ ਜਲਦੀ ਕੀਤੀ ਜਾਵੇ। ਮੇਰਾ ਭਨੇਵਾ ਜਿਹੜਾ ਸੀ ਅਜੇ ਆਪਣਾ ਕਾਸ਼ਦੀਪ ਸਿੰਘ, ਉਹਨੇ ਟਿਕਟ ਵਾਪਸੀ ਕਰਾ ਦਿੱਤੀ। ਵਾਪਸੀ ਟਿਕਟ ਹੋਣ ਬਾਵਜੂਦ ਉੱਥੇ 3-4 ਘੰਟੇ ਸਾਡੇ ਨਾਲ ਗੱਲ ਹੁੰਦੀ ਰਹੀ ਉਹਨਾਂ ਦੀ। ਤੇ ਟਿਕਟ ਉਹਨਾਂ ਦੀ ਕੋਈ 9:30 ਵਜੇ ਦੀ ਸ਼ਾਮ ਦੀ ਸੀ ਤੇ ਸਾਰਾ ਦਿਨ ਉੱਥੇ ਬਹਿ ਰਹੇ ਤੇ ਉਹਨਾਂ ਦੀ ਸਾਡੇ ਨਾਲ ਗੱਲ ਹੁੰਦੀ ਰਹੀ ਵੀ ਮੈਸੇਜ ਚੱਲਦੇ ਰਹੇ, ਫੋਨ ਚੱਲਦੇ ਰਹੇ। ਉਹ ਕਹਿ ਰਹੇ ਠੀਕ ਠਾਕ, ਹੁਣ ਸਾਡੇ ਕੋਲ ਪੈਸੇ ਹੈ ਨਹੀਂ, ਕਿ ਰੋਟੀ ਵੀ ਸਾਡੇ ਕੋਲ ਖਾਣ ਲਈ ਕੋਈ ਹੈ ਨਹੀਂ ਗੀ। ਉਹਨਾਂ ਕਿਹਾ ਵੀ ਨਹੀਂ ਇਹ ਟਿਕਟ ਵਾਲਾ ਬੰਦਾ ਇੱਥੇ ਨਹੀਂ, ਕੋਈ ਏਅਰਪੋਰਟ 'ਤੇ ਚੜ੍ਹ ਕੇ ਤੇ ਇੱਥੇ ਦਿੱਲੀ ਤੱਕ ਨਹੀਂ ਆਇਆ। ਫਿਰ ਅਸੀਂ ਚਲੋ ਸਹਿਜ ਵੇਂਦੇ ਰਹੇ ਤੇ 1-2 ਦਿਨ ਲੱਗਾ। ਫਿਰ ਉੱਥੋਂ ਵੀਡੀਓ ਆਉਣ ਡਿਆ ਪਈਆਂ ਵੀ ਤੁਹਾਡੇ ਬੰਦੇ ਜਿਹੜੇ ਮੁੰਡੇ 2 ਗ੍ਰਿਫਤਾਰ ਹੋ ਗਏ ਨੇ, ਕਤਲ ਕੀਤਾ ਵਾ ਤੇ ਕਤਲ ਕਰਨ ਦੇ ਵਿੱਚ ਫੜੇ ਗਏ ਨੇ। ਪਰ ਕਤਲ ਇਹਨਾਂ ਕੀ ਕਰਨਾ ਵਿਚਾਰਿਆਂ ਨੇ, ਤਾਂ ਆਪ ਜਾਣ ਬਚਾ ਕੇ ਭੱਜੇ ਉਹ ਡੋਂਗਰਾਂ ਤੋਂ ਕੋਲੋਂ ਡਰ ਕੇ ਬਚ ਕੇ। ਇਸ ਮਾਮਲੇ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਪੋਸਟ ਪਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਨੌਜਵਾਨਾਂ ਦੀ ਹਰ ਸੰਭਵ ਮਦਦ ਕਰੇ। ਦੱਸ ਦਈਏ ਕਿ 2 ਪੰਜਾਬੀ ਨੌਜਵਾਨ ਗੁਰਮੇਜ ਸਿੰਘ ਅਤੇ ਅਜੇਪਾਲ ਸਿੰਘ ਇੰਡੋਨੇਸ਼ੀਆ ਪੁਲਿਸ ਦੀ ਹਿਰਾਸਤ ਵਿੱਚ ਨੇ, ਜਿਨ੍ਹਾਂ ਨੂੰ ਕਤਲ ਦੇ ਮਾਮਲੇ ਵਿੱਚ ਸਖਤ ਸਜ਼ਾ ਹੋ ਸਕਦੀ ਹੈ। ਉੱਥੇ ਦੂਜੇ ਪਾਸੇ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਦੇ ਪਿੰਡ ਗੱਗੋਮਾਲ ਵਿਖੇ ਪਹੁੰਚੇ ਅਤੇ ਇਸ ਦਰਮਿਆਨ ਉਹਨਾਂ ਦੇ ਵੱਲੋਂ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ। ਨਾਲ ਹੀ ਉਹਨਾਂ ਨੇ ਪੀੜਿਤ ਪਰਿਵਾਰਾਂ ਨੂੰ ਮਦਦ ਦਾ ਭਰੋਸਾ ਵੀ ਦਿੱਤਾ ਹੈ। ਬਟਾਲਾ ਵਿੱਚ ਜ਼ਮੀਨ ਅਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਦਾ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਹੈ। ਸਿਆਸੀ ਆਗੂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਇਸ ਮਾਮਲੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੰਗ ਕੀਤੀ ਗਈ ਹੈ ਕਿ ਕਿਸਾਨ ਬੀਬੀ ਦੇ ਥੱਪੜ ਮਾਰਨ ਵਾਲੇ ਪੁਲਿਸ ਵਾਲੇ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ। ਗੁਰਦਾਸਪੁਰ ਦੇ ਬਟਾਲਾ ਵਿਖੇ ਪ੍ਰਸ਼ਾਸਨ ਵੱਲੋਂ ਜ਼ਬਰੀ ਜ਼ਮੀਨਾਂ ਐਕਵਾਇਰ ਕਰਨ ਦੀ ਕੀਤੀ ਗਈ ਧੱਕੇਸ਼ਾਹੀ ਦਾ ਵਿਰੋਧ ਕਰਨ ਸਮੇਂ ਆਪਣੀਆਂ ਜ਼ਮੀਨਾਂ ਬਚਾਉਣ ਅਤੇ ਆਪਣੇ ਹੱਕਾਂ ਦੀ ਲੜਾਈ ਲੜਦੇ ਵੀਰਾਂ ਅਤੇ ਭੈਣਾਂ ਤੇ ਪ੍ਰਸ਼ਾਸਨ ਵੱਲੋਂ ਕੀਤੇ ਅੰਨੇ ਤਸ਼ੱਦਦ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੀ ਹੈ। ਇਹ ਕਹਿਣਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ, ਜਿਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਧੱਕੇਸ਼ਾਹੀ ਦੀ ਨਿੰਦਾ ਕੀਤੀ। ਉੱਥੇ ਹੀ ਉਹਨਾਂ ਨੇ ਕਿਸਾਨ ਬੀਬੀ ਉੱਪਰ ਹੱਥ ਚੁੱਕਣ ਵਾਲੇ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਫਾਰਗ ਕਰਕੇ ਘਰ ਭੇਜਣ ਦੀ ਵੀ ਮੰਗ ਕੀਤੀ ਹੈ। ਬੀਤੇ ਦਿਨੀ ਆਪਾਂ ਦੇਖਿਆ ਕਿ ਬਟਾਲੇ ਦੇ ਨੇੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੜ ਰਹੇ ਲੋਕਾਂ ਦੇ ਉੱਤੇ ਪੰਜਾਬ ਗਵਰਨਮੈਂਟ ਨੇ, ਪੰਜਾਬ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ, ਕੁੱਟਮਾਰ ਕੀਤੀ ਹੈ। ਇੱਥੋਂ ਤੱਕ ਕਿ ਜਿਹੜੇ ਜੈਂਟਸ ਮੁਲਾਜ਼ਮ ਨੇ ਉਹ ਸਾਡੀਆਂ ਬੀਬੀਆਂ ਦੇ, ਸਾਡੀਆਂ ਬੇਟੀਆਂ ਦੇ, ਧੀਆਂ ਦੇ ਥੱਪੜ ਮਾਰ ਰਹੇ ਨੇ। ਭਾਵੇਂ ਖਬਰਾਂ ਆ ਰਹੀਆਂ ਨੇ ਕਿ ਉਹ ਥੱਪੜ ਮਾਰਨ ਵਾਲਾ ਆਦਮੀ ਲੈਣ ਹਾਜ਼ਰ ਕਰਤਾ। ਸਵਾਲ ਇਸ ਗੱਲ ਦਾ ਹੈ ਕਿ ਉਹਨੂੰ ਲੈਣ ਹਾਜ਼ਰ ਕਰਨ ਦੀ ਗੱਲ ਵੀ ਨਹੀਂ ਹੈ। ਲੈਣ ਹਾਜ਼ਰ ਕਰਨ ਨਾਲ ਮਸਲਾ ਹੱਲ ਹੋ ਗਿਆ। ਉਸ ਬੰਦੇ ਨੇ ਉਸ ਬੀਬੀ ਨੂੰ ਗਾਲ ਕੱਢੀ ਹੈ, ਘਟੀਆ ਸ਼ਬਦ ਬੋਲਿਆ ਉਸ ਬੀਬੀ ਵਾਸਤੇ। ਕਿ ਲੈਣ ਹਾਜ਼ਰ ਕਰਨ ਨਾਲ ਮਸਲਾ ਹੱਲ ਹੈ? ਇੱਥੇ ਨਹੀਂ ਗੱਲ ਮੁੱਕਦੀ।
ਸਵਾਲ ਇਸ ਗੱਲ ਦਾ ਕਿ ਲੋਕ ਉੱਥੇ ਬੈਠੇ ਕਿਉਂ? ਲੋਕਾਂ ਦੀ ਮੰਗ ਕੀ ਹੈ? ਲੋਕਾਂ ਦੀ ਮੰਗ ਹੈ ਕਿ ਇਹ ਜਿਹੜੀਆਂ ਰੋਡਾਂ ਨਿਕਲ ਰਹੀਆਂ ਨੇ, ਇਹ ਜਿਹੜੀਆਂ ਹਾਈਵੇ ਨਿਕਲ ਰਹੇ ਆ, ਇਹਨਾਂ ਦੇ ਵਿੱਚ ਜਿਹੜੀ ਸਾਡੀ ਜ਼ਮੀਨ ਆ ਰਹੀ ਹੈ ਉਹਦੀ ਪੂਰੀ ਕੀਮਤ ਦਿੱਤੀ ਜਾਏ। ਸਾਨੂੰ ਉੱਜੜਨਾ ਪੈਣਾ ਹੈ। ਕਿੱਡੇ ਘਟੀਆ ਸ਼ਬਦ ਬੋਲ ਰਿਹਾ ਉਹ ਬੰਦਾ। ਉਹਦੀ ਉਮਰ ਦੇਖੋ ਕਿੱਡੀ ਹੈ। ਇਸ ਉਮਰ ਦਾ ਬੰਦਾ ਇੰਨੇ ਘਟੀਆ ਸ਼ਬਦ ਬੋਲੇ ਕਿਸੇ ਲੜਕੀ ਨੂੰ, ਤੇ ਸਾਡੀ ਪੰਜਾਬ ਗਵਰਨਮੈਂਟ ਨੂੰ ਅਜਿਹੇ ਲੋਕਾਂ ਨੂੰ ਘਰੇ ਤੋਰਨਾ ਚਾਹੀਦਾ ਹੈ, ਸਜ਼ਾ ਦੇਣੀ ਚਾਹੀਦੀ ਹੈ ਕਾਨੂੰਨ ਨਾਲ। ਜੇ ਅੱਜ ਜਿਹਨੂੰ ਤੁਸੀਂ ਕੱਢਣਾ ਹੈ, ਇੱਥੇ ਕਿੰਨੇ ਲੋਕ ਉੱਜੜਨਗੇ, ਕਿੰਨੇ ਲੋਕ ਬੇਘਰ ਹੋਣਗੇ, ਇਹ ਵਸਣਗੇ ਕਿੱਥੇ, ਵਸਾਉਣੇ ਕਿੱਥੇ ਆਏ? ਇਹਨਾਂ ਜ਼ਮੀਨਾਂ ਤਾਂ ਲੈ ਲਾਂਗੇ ਆਪਾਂ, ਲੇਕਿਨ ਇਹ ਬਾਅਦ ਜਾਣਗੇ ਕਿੱਧਰ? ਇਹਨਾਂ ਦਾ ਵਸੇਬਾ ਕਿੱਥੇ ਹੋਏਗਾ? ਕੀ ਸਰਕਾਰ ਨੇ ਇਹਦੇ ਬਾਰੇ ਸੋਚਿਆ? ਹਾਈਵੇ ਦੇਣਾ ਹੈ, ਜ਼ਮੀਨ ਦੇਣੀ ਹੈ ਸੈਂਟਰ ਗਵਰਨਮੈਂਟ ਨੂੰ, ਤਾਂ ਫਿਰ ਅਗਲਾ ਸਵਾਲ ਇਹਦੇ 'ਚ ਇਹ ਵੀ ਤਾਂ ਆਉਂਦਾ ਹੈ ਨਾ ਕਿ ਉਹਨਾਂ ਨੂੰ ਪੂਰੀ ਕੀਮਤ ਤਾਂ ਦੇ ਦੇਵੇ ਸਰਕਾਰ। ਕੀ ਇਹ ਵਾਜਬ ਹੈ ਕਿ ਕਿਸਾਨਾਂ ਨੂੰ ਬਹੁਤ ਥੋੜੀਆਂ ਕੀਮਤਾਂ ਤੇ ਜ਼ਮੀਨ ਲੈ ਕੇ ਉਜਾੜ ਦਈਏ ਤੇ ਫਿਰ ਬਾਅਦ ਦੇ ਵਿੱਚ ਸਾਡੀ ਸਰਕਾਰ ਇਹ ਕਹਿੰਦੀ ਹੈ ਲਓ ਜੀ ਵਜ੍ਹਾ ਨਹੀਂ ਵੇਖਦੇ, ਧਰਨਾ ਲਾ ਦਿੰਦੇ ਨੇ ਜਗ੍ਹਾ ਵੇਖ ਕੇ। ਇਹ ਹੈ ਧਰਨਾ। ਹੁਣ ਇਹ ਦੱਸਿਓ, ਇਹ ਵਜ੍ਹਾ ਨਹੀਂ, ਐਵੇਂ ਲਾਤਾ। ਜਿਨ੍ਹਾਂ ਦੀ ਜ਼ਮੀਨ ਜਾ ਰਹੀ ਹੈ ਉਹ ਰੋ ਰਹੇ ਨੇ। ਦਰਅਸਲ ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਬਟਾਲਾ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਹੀ ਪੁਲਿਸ ਵਾਲੇ ਨੇ ਮਹਿਲਾ ਕਿਸਾਨ ਨੂੰ ਥੱਪੜ ਮਾਰ ਦਿੱਤਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਅਤੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਕੇ ਪੁਲਿਸ ਧਰਨੇ ਵਾਲੀ ਥਾਂ ਤੋਂ ਵੀ ਲੈ ਗਈ। ਇਸ ਤੇ ਕਿਸਾਨ ਜਥੇਬੰਦੀਆਂ ਨੇ ਸਖਤ ਵਿਰੋਧ ਵੀ ਜਤਾਇਆ ਸੀ। ਪੰਜਾਬ ਦੇ ਜਲੰਧਰ ਵਿੱਚ ਇੱਕ ਬਿਜਲੀ ਬਿੱਲ ਨੂੰ ਲੈ ਕੇ ਲੜਕੀ ਵਾਲਿਆਂ ਤੇ ਮੈਰਿਜ ਪੈਲੇਸ ਦੇ ਮੈਨੇਜਰ ਵਿੱਚ ਟਕਰਾਅ ਹੋ ਗਿਆ। ਇਹਨਾਂ ਦੋਹਾਂ ਵਿੱਚ ਪੈਸੇ ਦੇ ਹਿਸਾਬ ਕਿਤਾਬ ਨੂੰ ਲੈ ਕੇ ਲੜਾਈ ਇੰਨੀ ਵੱਧ ਗਈ ਕਿ ਮਾਮਲਾ ਥਾਣੇ ਪਹੁੰਚ ਗਿਆ। ਤਸਵੀਰਾਂ ਜਲੰਧਰ ਦੇ ਮੈਰਿਜ ਪੈਲੇਸ ਦੀਆਂ ਨੇ, ਜਿੱਥੇ ਬਿਜਲੀ ਦੇ ਬਿੱਲ ਦੀ ਮੰਗ ਨੂੰ ਲੈ ਕੇ ਵੱਡਾ ਹੰਗਾਮਾ ਹੁੰਦਾ ਹੋਇਆ ਵਿਖਾਇਆ ਗਿਆ। ਵੀਡੀਓਜ਼ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਾਰਟੀ ਵਿੱਚ ਆਏ ਨੌਜਵਾਨ ਪੈਲੇਸ ਦੇ ਵਿੱਚ ਭੰਨ ਤੋੜ ਕਰਕੇ ਉੱਥੋਂ ਦੀ ਫਰਾਰ ਹੋ ਗਏ। ਹਾਲਾਂਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਘਟਨਾ ਸੰਬੰਧੀ ਪੈਲੇਸ ਦੇ ਮੈਨੇਜਰ ਮੋਟੂ ਕਪੂਰ ਨੇ ਦੱਸਿਆ ਕਿ ਉਹਨਾਂ ਦੇ ਪੈਲੇਸ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ, ਜਿਸ ਦੀ ਪਾਰਟੀ ਦੀ ਬੁਕਿੰਗ ਫੀਸ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਸੀ, ਪਰ ਜਦੋਂ ਲੜਕੀ ਵਾਲਿਆਂ ਤੋਂ ਬਿਜਲੀ ਦਾ ਬਿੱਲ ਮੰਗਿਆ ਗਿਆ ਤਾਂ ਉਹ ਹੰਗਾਮਾ ਕਰਨ ਲੱਗ ਪਈ ਅਤੇ ਉਹਨਾਂ ਨੇ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੀ ਤਰਫੋਂ ਥਾਣਾ ਨੰਬਰ 2 ਦੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੈਲੇਸ ਦੇ ਵਿੱਚ ਪਾਰਟੀ ਚੱਲ ਰਹੀ ਸੀ ਅਤੇ ਪਾਰਟੀ ਖਤਮ ਹੋਣ ਤੋਂ ਬਾਅਦ ਜਦੋਂ ਮੈਨੇਜਰ ਦੇ ਨਾਲ ਹਿਸਾਬ ਕਿਤਾਬ ਕਰਨ ਲੱਗੇ ਤਾਂ ਉਸੇ ਸਮੇਂ ਹਿਸਾਬ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਅਤੇ ਮਾਮਲਾ ਇੰਨਾ ਜ਼ਿਆਦਾ ਗਰਮਾ ਗਿਆ ਕਿ ਇੱਕ ਦੂਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਫਿਲਹਾਲ ਦੋਵਾਂ ਧਿਰਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੱਲ ਸ਼ਾਮ ਦੇ ਟਾਈਮ ਸਾਨੂੰ ਇੱਕ ਇਤਲਾਹ ਮਿਲੀ ਕਿ ਪ੍ਰਭਾਕਰ ਪੈਲੇਸ BSF ਕਲੋਨੀ ਨੇੜੇ ਬਖਸ਼ਾ ਚੌਂਕ ਦੇ ਵਿੱਚ ਕੋਈ ਦੋ ਧਿਰਾਂ ਦਾ ਝਗੜਾ ਹੋਇਆ। ਉਹਦੇ ਸਬੰਧ ਵਿੱਚ ਸਾਡਾ ਤਫਤੀਸ਼ੀ ਅਫਸਰ ASI ਸਬ ਇੰਸਪੈਕਟਰ ਗੁਲਸ਼ਨ ਲਾਲ ਨੂੰ ਭੇਜਿਆ ਗਿਆ। ਉਹ ਜਾ ਕੇ ਜਦੋਂ ਦੇਖਿਆ ਤੇ ਉੱਥੇ ਇੱਕ ਬਰਾਤ ਆਈ ਹੋਈ ਸੀ ਲੁਧਿਆਣੇ, ਔਰ ਲੜਕੀ ਵਾਲੇ ਜਿਹੜੇ ਜਲੰਧਰ ਦੇ ਰਹਿਣ ਵਾਲੇ ਸੀਗੇ, ਔਰ ਉਹ ਜਦੋਂ ਸ਼ਾਮ ਦੇ ਟਾਈਮ ਪੈਲੇਸ ਦਾ ਬਿੱਲ ਦੇਣ ਤੇ ਕੋਈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਚਕਾਰ ਤਕਰਾਰ ਹੋ ਗਿਆ। ਔਰ ਪੈਲੇਸ ਦਾ ਜਿਹੜਾ ਮੈਨੇਜਰ ਸੀ ਉਹਦੇ ਨਾਲ ਲੜਕੀ ਵਾਲਿਆਂ ਨੇ ਕੋਈ ਝਗੜਾ ਵਗੈਰਾ ਕੀਤਾ, ਔਰ ਉਹਦੇ ਸੰਬੰਧ ਵਿੱਚ ਸਾਨੂੰ ਦੋਨਾਂ ਧਿਰਾਂ ਵੱਲੋਂ ਜਿਹੜੀਆਂ ਵਾ MLR ਮਿਲ ਗਈਆਂ ਨੇ, ਔਰ ਅਸੀਂ ਉਹਨਾਂ ਦੇ ਅਕੋਰਡਿੰਗ ਕਾਰਵਾਈ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਪੈਲੇਸ ਦੀ CCTV ਫੁਟੇਜ ਵਗੈਰਾ ਵੀ ਕਢਵਾ ਰਹੇ ਹਾਂ, ਔਰ ਜੋ ਵੀ ਅਕੋਰਡਿੰਗ ਕਾਰਵਾਈ ਬਣਦੀ ਕਰਾਂਗੇ। ਦੱਸ ਦਈਏ ਕਿ ਹਮਲੇ ਦੌਰਾਨ ਮੈਨੇਜਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਉਸਦੇ ਸਾਥੀਆਂ ਵੱਲੋਂ ਜ਼ਖਮੀ ਹਾਲਾਤਾਂ ਦੇ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਂਦਿਆਂ ਦੀ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਭਾਰਤ ਵਿੱਚ 2000 ਰੁਪਏ ਦੇ ਨੋਟਾਂ ਤੇ RBI ਦਾ ਫੈਸਲਾ। ਪੈਸੇ ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਦਿੱਤਾ 30 ਸਤੰਬਰ ਤੱਕ ਦਾ ਸਮਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਹੋਈ ਮੀਟਿੰਗ, ਜਥੇਦਾਰ ਨੂੰ ਲੈ ਕੇ ਨਹੀਂ ਹੋਇਆ ਕੋਈ ਫੈਸਲਾ। ਦਿੱਲੀ 'ਚ ਅਧਿਕਾਰੀਆਂ ਦੇ ਤਬਾਦਲੇ ਤੇ ਕੇਂਦਰ ਦਾ ਆਰਡੀਨੈਂਸ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਸਾਧੇ ਨਿਸ਼ਾਨੇ। ਸ਼ਰਾਬ ਵਪਾਰੀ ਦੀਪ ਮਲਹੋਤਰਾ ਦੇ ਘਰ ਤੀਜੇ ਦਿਨ ਵੀ ਰੇਡ ਜਾਰੀ। ਇਨਕਮ ਟੈਕਸ ਅਧਿਕਾਰੀ ਕਰ ਰਹੇ ਨੇ ਲਗਾਤਾਰ ਜਾਂਚ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ। ਕੱਲ੍ਹ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।